ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਅੱਜ ਦੇ ਬੁਲੇਟਿਨ ਦੇ ਵਿੱਚ WHO ਦਾ ਅਨੁਮਾਨ ਹੈ ਕਿ ਪਿਛਲੇ 2 ਸਾਲਾਂ 'ਚ ਲਗਭਗ 1.5 ਕਰੋੜ ਲੋਕਾਂ ਨੇ ਕੋਰੋਨਾ ਵਾਇਰਸ ਜਾਂ ਸਿਹਤ ਪ੍ਰਣਾਲੀਆਂ ਤੇ ਪਏ ਇਸ ਦੇ ਪ੍ਰਭਾਵ ਦੇ ਕਾਰਨ ਜਾਨ ਗਵਾਈ। ਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਅਧਿਕਾਰਤ ਅੰਕੜਿਆਂ ਮੁਤਾਬਕ 60 ਲੱਖ ਮੌਤਾਂ ਨਾਲੋਂ ਦੁੱਗਣੀ ਹੈ। ਜ਼ਿਆਦਾਤਰ ਮੌਤਾਂ ਦੱਖਣੀ ਪੂਰਬੀ ਏਸ਼ੀਆ, ਯੂਰਪ ਅਤੇ ਅਮਰੀਕਾ 'ਚ ਹੋਈਆਂ ਹਨ। WHO ਦੇ ਮੁਖੀ ਟੈਡਰੋਸ ਐਡਨਾਮ ਨੇ ਇਸ ਅੰਕੜੇ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਦੀ ਸਿਹਤ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਆਪਣੀਆਂ ਸਮਰੱਥਾਵਾਂ 'ਚ ਜ਼ਿਆਦਾ ਨਿਵੇਸ਼ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। WHO ਤਹਿਤ ਵਿਗਿਆਨੀਆਂ ਨੂੰ ਜਨਵਰੀ 2020 ਅਤੇ ਪਿਛਲੇ ਸਾਲ ਦੇ ਅਖੀਰ ਤੱਕ ਮੌਤ ਦੀ ਅਸਲ ਗਿਣਤੀ ਦਾ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਤੇ ਵਧਾਈ ਦੇਣ ਲਈ ਧੰਨਵਾਦ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਵੀਰਵਾਰ ਨੂੰ ਆਪਣੇ ਭਾਰਤੀ ਹਮਰਤਬਾ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਤੇ ਵਧਾਈ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਯਹੂਦੀ ਰਾਸ਼ਟਰ ਨਵੀਂ ਦਿੱਲੀ ਨਾਲ ਆਪਣੀ ਦੋਸਤੀ ਦੀ ਸਹਾਰਨਾ ਕਰਦਾ ਹੈ ਅਤੇ ਦੋਵੇਂ ਦੇਸ਼ ਇਕੱਠੇ ਮਿਲ ਕੇ ਇਸ ਦੁਨੀਆ 'ਚ ਬਹੁਤ ਕੁਝ ਚੰਗਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਨਿਵਾਸੀਆਂ ਨੂੰ ਉਹਨਾਂ ਦੇ ਸੁਤੰਤਰਤਾ ਦਿਵਸ ਤੇ ਵਧਾਈ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਦੋਵੇਂ ਦੇਸ਼ ਆਉਣ ਵਾਲੇ ਸਾਲਾਂ 'ਚ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਉਹਨਾਂ ਨੇ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਦੀ 74ਵੀਂ ਵਿਰੰਗਣ ਤੇ ਆਪਣਾ ट्विटर हैंडल ਤੇ ਸਾਂਝੀ ਕੀਤੀ ਗਈ ਇੱਕ ਵੀਡੀਓ संदेश 'ਚ ਇਹ टिप्पणी की। भारतवासियों की तरफ से मैं हमारे सभी इजरायली मित्रों को हार्दिक शुभकामनाएं देता हूं। इस वर्ष हम अपने राजनयिक संबंधों की 30वीं वर्षगांठ भी मना रहे हैं। भले ही यह अध्याय नया है, लेकिन हम दोनों देशों के संबंधों का इतिहास बहुत पुराना है। मुझे आशा है कि आने वाले वर्षों में हम अपने संबंधों को और अधिक गहरा करेंगे। धन्यवाद। तोदा रब्बा। ਅਮਰੀਕਾ 'ਚ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਤਿਆਰੀ। ਆਸਟ੍ਰੇਲੀਆ ਵੀ ਹੋ ਸਕਦਾ ਹੈ ਪ੍ਰਭਾਵਿਤ। ਅਮਰੀਕਾ ਦੀ ਸੁਪਰੀਮ ਕੋਰਟ ਦੇ ਲੀਕ ਹੋਏ ਰਾਏ ਡਰਾਫਟ ਤੋਂ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ 1973 ਦੇ ਰੋ ਬਨਾਮ ਵੇਡ ਮਾਮਲੇ ਉਸ ਵਿੱਚ ਇਤਿਹਾਸਕ ਫੈਸਲੇ ਨੂੰ ਟਾਲਣ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੱਸਿਆ ਗਿਆ ਸੀ। ਇਸ ਹੁਕਮ ਦੇ ਖਤਮ ਹੋਣ ਤੋਂ ਬਾਅਦ ਅਮਰੀਕਾ 'ਚ ਪ੍ਰਜਨਨ ਅਧਿਕਾਰਾਂ ਤੇ ਇਸ ਦਾ ਨਾਟਕੀ ਪ੍ਰਭਾਵ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਇਸ ਦੇ ਪ੍ਰਤੀਕਾਤਮਕ ਪ੍ਰਭਾਵ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਜਿਹੇ ਕਿਸੇ ਵੀ ਫੈਸਲੇ ਨਾਲ ਰਾਸ਼ਟਰੀ ਗਰਭਪਾਤ ਵਿਰੋਧੀ ਅੰਦੋਲਨ ਨੂੰ ਵੀ ਨਵੀਂ ਦਿਸ਼ਾ ਮਿਲ ਸਕਦੀ ਹੈ। ਗਰਭਪਾਤ ਅਮਰੀਕਾ ਵਿੱਚ ਇੱਕ ਰੂਟੀਨ ਅਤੇ ਸੁਰੱਖਿਅਤ ਸਿਹਤ ਸੰਭਾਲ ਪ੍ਰਕਿਰਿਆ ਹੈ, ਜਿਸ ਦੀ ਵਰਤੋਂ 4 ਵਿੱਚੋਂ 1 ਔਰਤ ਦੁਆਰਾ ਕੀਤੀ ਜਾਂਦੀ ਹੈ। ਯੂਕਰੇਨ ਤੇ ਹਮਲੇ ਦੇ 70 ਤੋਂ ਜ਼ਿਆਦਾ ਦਿਨਾਂ ਦੇ ਬਾਅਦ ਵੀ ਰੂਸ ਜਿੱਤ ਤੋਂ ਦੂਰ ਹੈ। ਰੂਸ ਦੇ ਰਾਸ਼ਟਰਪਤੀ ਦੇ ਨਵੇਂ ਖਤਰਨਾਕ ਇਰਾਦੇ ਸਾਹਮਣੇ ਆਏ ਹਨ। युद्ध ਦੀ ਤਰਾਸਦੀ ਨਾਲ ਜੂਝ ਰਹੇ ਯੂਕਰੇਨ ਨੇ ਦਾਅਵਾ ਕੀਤਾ ਕਿ ਰੂਸ ਹੁਣ ਇੱਕ ਹੋਰ ਦੇਸ਼ ਮੋਲਡੋਵਾ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਯੂਕਰੇਨ ਨੇ ਇਹ ਦਾਅਵਾ ਮੋਲਡੋਵਾ ਦੇ ਟ੍ਰਾਂਸਨਿਸਟਰੀਆ ਖੇਤਰ ਵਿੱਚ 2 ਬੰਬ ਧਮਾਕਿਆਂ ਤੋਂ ਬਾਅਦ ਕੀਤਾ ਹੈ। ਟ੍ਰਾਂਸਨਿਸਟਰੀਆ ਮੋਲਡੋਵਾ ਦੀ ਸਰਹੱਦ ਨਾਲ ਲੱਗਦਾ ਇੱਕ ਛੋਟਾ ਜਿਹਾ ਇਲਾਕਾ ਹੈ, ਜਿੱਥੇ ਰੂਸ ਦੀ ਸਹਾਇਤਾ ਕਰਨ ਵਾਲੀ ਸਰਕਾਰ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ 9 ਮਈ ਦੇ ਆਸ-ਪਾਸ ਮੋਲਡੋਵਾ ਤੇ ਹਮਲਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਤਿਨ ਟ੍ਰਾਂਸਨਿਸਟਰੀਆ ਦੀ ਆਜ਼ਾਦੀ ਦਾ ਐਲਾਨ ਕਰ ਸਕਦੇ ਹਨ। ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਸੰਘ ਦੀ ਜਰਮਨੀ ਉੱਤੇ ਜਿੱਤ ਦੀ ਯਾਦ ਵਿੱਚ ਰੂਸ ਹਰ ਸਾਲ 9 ਮਈ ਨੂੰ ਜਿੱਤ ਦਿਵਸ ਮਨਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਰੂਸ ਯੂਕਰੇਨ ਤੋਂ ਟ੍ਰਾਂਸਨਿਸਟਰੀਆ ਤੱਕ ਇੱਕ ਗਲਿਆਰਾ ਵਿਕਸਤ ਕਰਨਾ ਚਾਹੁੰਦਾ ਹੈ। ਕੈਨੇਡਾ, ਸਵੀਡਨ ਨੇ ਯੂਰਪੀ ਸੰਘ ਨਾਟੋ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜਤਾਈ ਵਚਨਬੱਧਤਾ। ਕੈਨੇਡਾ ਅਤੇ ਸਵੀਡਨ 2 ਪੱਖੀ ਸੰਬੰਧਾਂ ਅਤੇ ਯੂਰਪੀ ਸੰਘ ਨਾਟੋ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਓਟਾਵਾ 'ਚ ਹੋਈ ਬੈਠਕ ਦੇ ਸਮਾਪਤੀ ਸਮਾਰੋਹ 'ਚ ਇਹ ਗੱਲ ਕਹੀ। ਸਟਾਕਹੋਮ ਵੱਲੋਂ ਨਾਟੋ ਵਿੱਚ ਸ਼ਾਮਲ ਹੋਣ ਦੇ ਦਬਾਅ ਦਰਮਿਆਨ ਸਵੀਡਨ ਦੀ ਵਿਦੇਸ਼ ਮੰਤਰੀ ਐਨੀ ਲਿੰਡੇ ਦੀ ਵੀਰਵਾਰ ਨੂੰ ਕੈਨੇਡਾ ਦੀ ਪਹਿਲੀ ਅਧਿਕਾਰਤ ਯਾਤਰਾ ਹੋਈ। ਇਹ ਇੱਕ ਸੰਭਾਵਨਾ ਹੈ ਜਿਸ ਦਾ ਓਟਾਵਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਲਿੰਡੇ ਅਤੇ ਕੈਨੇਡੀਅਨ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਅਤੇ ਸਵੀਡਨ ਯੂਰੋਪੀਅਨ ਯੂਨੀਅਨ ਅਤੇ ਨਾਟੋ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ, ਜੋ ਕਿ ਸਾਡੀ ਸਮੂਹਕ ਸੁਰੱਖਿਆ ਅਤੇ ਖੁਸ਼ਹਾਲੀ ਦੀ ਕੁੰਜੀ ਹੈ। ਦੇਸ਼ ਵਿਦੇਸ਼ ਦੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।